BA2 ਇਲੈਕਟਿਵ ਵਾਲੇ ਸਟੂਡੈਂਟਸ ਬੇਟਾ ਅੱਜ ਜਿਹੜਾ ਅਸੀਂ ਆਪਣਾ ਟੌਪਿਕ ਕਰਨਾ ਹੈ BA2 ਇਲੈਕਟਿਵ ਲਈ ਉਹ ਤੁਹਾਡਾ ਟੌਪਿਕ ਹੈ ਅਲੰਕਾਰਾਂ ਨਾਲ ਸੰਬੰਧਿਤ। ਤੁਹਾਨੂੰ ਪਤਾ ਹੈ ਕਿ ਪਿਛਲੇ ਸਮੈਸਟਰ 'ਚ ਤੁਹਾਨੂੰ ਛੰਦ ਆਏ ਅਤੇ ਐਤਕੀ ਤੁਹਾਨੂੰ ਅਲੰਕਾਰ ਆਣੇ ਨੇ ਅਤੇ 5-5 ਨੰਬਰ ਦੇ ਹੋਣਗੇ। 2 ਅਲੰਕਾਰ 4 ਆਉਣਗੇ, ਤੁਸੀਂ 2 ਕਰਨੇ ਹੋਣਗੇ। ਆਓ ਸਭ ਤੋਂ ਪਹਿਲਾਂ ਜਿਹੜਾ ਅਸੀਂ ਅਲੰਕਾਰ ਦੇਖੀਏ ਨਾ ਉਹ ਹੈ ਉਪਮਾ ਅਲੰਕਾਰ। ਕਿਉਂਕਿ ਉਪਮਾ ਅਲੰਕਾਰ ਜੋ ਹੈ ਸਭ ਤੋਂ ਆਸਾਨ ਹੁੰਦਾ, ਇਸ ਲਈ ਸਭ ਤੋਂ ਪਹਿਲਾਂ ਅਸੀਂ ਇਹਨੂੰ ਕਰ ਰਹੇ ਹਾਂ। ਕਿਵੇਂ ਤੁਸੀਂ ਪਹਿਲਾਂ ਡੈਫੀਨੇਸ਼ਨ ਲਿਖੋਗੇ ਅਲੰਕਾਰ ਦੀ। ਅਰਥ ਅਲੰਕਾਰਾਂ ਵਿੱਚ ਉਪਮਾ ਅਲੰਕਾਰ ਸਭ ਤੋਂ ਪ੍ਰਧਾਨ ਹੈ ਕਿਉਂਕਿ ਇਹ ਅਜਿਹਾ ਅਲੰਕਾਰ ਹੈ ਜਿਸ ਨੂੰ ਸਰਵ ਸਧਾਰਨ ਹੁੰਦਾ, ਆਮ ਬੰਦੇ ਆਸਾਨੀ ਨਾਲ ਸਮਝ ਲੈਂਦੇ ਹਨ। ਉਪਮਾ ਦੇ ਅਰਥ ਸਮਾਨਤਾ ਦੇ ਹਨ। ਉਪਮਾ ਦਾ ਮਤਲਬ ਹੁੰਦਾ ਹੈ ਸਮਾਨਤਾ ਦੇਣਾ ਕਰਨਾ ਕਿਸੇ ਚੀਜ਼ ਨਾਲ। ਕਿਸੇ ਵਸਤੂ ਦਾ ਗੁਣ ਜਾਂ ਕਿਰਿਆ ਦੱਸਣ ਲਈ ਉਸ ਨਾਲ ਗੁਣ ਜਾਂ ਕਿਰਿਆ ਦੀ ਸਾਂਝ ਵਾਲੀ ਉਸ ਵਰਗੀ ਚੰਗੀ ਵਸਤੂ ਨਾਲ ਸਮਾਨਤਾ ਦੱਸੀ ਜਾਵੇ ਤਾਂ ਉੱਥੇ ਜੋ ਹੈ ਉਪਮਾ ਅਲੰਕਾਰ ਹੁੰਦਾ। 2 ਚੀਜ਼ਾਂ 'ਚ ਸਮਾਨਤਾ ਦੱਸਣ ਦੇ ਲਈ ਨਾਲੇ ਉਹ ਸਮਾਨਤਾ ਜੋ ਹੈ ਉਹ ਚੰਗੀ ਵਾਲੀ ਹੋਣੀ ਚਾਹੀਦੀ ਹੈ, ਉੱਥੇ ਜੋ ਹੈ ਉਪਮਾ ਅਲੰਕਾਰ ਹੁੰਦਾ। ਜਿਵੇਂ ਇੱਥੇ ਐਗਜ਼ਾਮਪਲ ਦਿੱਤਾ ਹੋਇਆ ਹੈ, ਸਿੰਘਾਂ ਵਾਂਗੂ ਗੱਜਣ ਸਭੇ ਸੂਰਮੇ। ਇਹ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਵਿੱਚੋਂ ਐਗਜ਼ਾਮਪਲ ਹੈ। ਸਿੰਘਾਂ ਹੁੰਦਾ ਸ਼ੇਰ, ਵਾਂਗੂ ਗੱਜਣ ਸਭੇ ਸੂਰਮੇ, ਮਤਲਬ ਕਿ ਇੱਥੇ ਸੂਰਮਿਆਂ ਨੂੰ ਸ਼ੇਰ ਦੀ ਉਪਮਾ ਦਿੱਤੀ ਗਈ ਹੈ। ਇੱਥੇ ਸ਼ੇਰ ਅਤੇ ਸੂਰਮੇ ਵਿੱਚ ਬਹਾਦਰੀ ਜਾਂ ਗਰਜ ਸਾਂਝਾ ਗੁਣ ਹੋਣ ਕਰਕੇ ਉਪਮਾ ਅਲੰਕਾਰ ਹੈ। ਇਸ ਪ੍ਰਕਾਰ ਉਪਮਾ ਜਿਹੜਾ ਅਲੰਕਾਰ ਹੁੰਦਾ ਹੈ ਉਹਦੇ ਨਾਲ 4 ਤੱਤ ਹੁੰਦੇ ਨੇ। ਉਪਮਾ ਅਲੰਕਾਰ ਦੇ 4 ਤੱਤ ਹੁੰਦੇ ਨੇ। ਦੇਖੋ ਪਹਿਲਾਂ 2 ਵੇਖ ਲਈਏ, ਉਪਮੇय ਉਪਮਾਨ। ਮੇਨ ਜੋ ਹੈ ਉਪਮੇय ਅਤੇ ਉਪਮਾਨ ਹੀ ਹਨ। ਉਪਮੇय ਕੀ ਹੁੰਦਾ ਹੈ? ਜਿਸ ਕਾਵਿ ਵਸਤੂ ਨੂੰ ਕਿਸੇ ਹੋਰ ਵਰਗੀ ਕਿਹਾ ਜਾਵੇ ਅਰਥਾਤ ਉਪਮਾਇਆ ਜਾਵੇ ਉਹ ਉਪਮੇय ਹੁੰਦਾ ਹੈ। ਜਿਸ ਕਾਵਿ ਵਸਤੂ ਨੂੰ ਕਿਸੇ ਵਸਤੂ ਨੂੰ ਕਿਸੇ ਦੂਜੀ ਵਰਗੀ ਕਿਹਾ ਜਾਏ ਨਾ ਉੱਥੇ ਜੋ ਹੈ ਉਪਮੇय ਅਲੰਕਾਰ ਹੁੰਦਾ ਹੈ। ਅਤੇ ਉਪਮਾਨ ਕੀ ਹੁੰਦਾ ਹੈ? ਜਿਸ ਨਾਲ ਤੁਲਨਾ ਕੀਤੀ ਜਾਵੇ ਉਹ ਉਪਮਾਨ ਹੁੰਦਾ। ਅਤੇ ਅੱਗੇ ਵੇਖ ਲਈਏ ਅਸੀਂ, ਉਪਮਾ ਅਲੰਕਾਰ ਵਿੱਚ ਇੱਕ ਸਮਾਨ ਧਰਮ ਹੁੰਦਾ ਹੈ ਅਤੇ ਇੱਕ ਵਾਚਕ ਸ਼ਬਦ ਹੁੰਦਾ ਹੈ। ਸਮਾਨ ਧਰਮ ਹੁੰਦਾ ਹੈ ਦੋਹਾਂ ਵਿਚਲਾ ਸਾਂਝਾ ਗੁਣ ਅਥਵਾ ਕਿਰਿਆ ਜਾਂ ਪ੍ਰਭਾਵ। ਜਿਵੇਂ ਉੱਪਰ ਅਸੀਂ ਜਿਹੜਾ ਐਗਜ਼ਾਮਪਲ ਪੜ੍ਹਿਆ ਨਾ, ਸਿੰਘਾਂ ਵਾਂਗੂ ਗੱਜਣ ਸਭੇ ਸੂਰਮੇ, ਬਹਾਦਰੀ ਜਿਹੜਾ ਹੈ ਉਹ ਦੋਹਾਂ ਦਾ ਸਮਾਨ ਧਰਮ ਹੈ। ਵਾਚਕ ਸ਼ਬਦ ਜੋ ਸ਼ਬਦ ਆਪਸੀ ਸਮਾਨਤਾ ਦਾ ਸੂਚਕ ਹੋਵੇ, ਜਿਵੇਂ ਉਹ ਉਪਮਾ ਸੂਚਕ ਸ਼ਬਦ ਹੁੰਦਾ। ਜਿਵੇਂ ਸਿੰਘਾਂ ਵਾਂਗੂ, ਇਹਦੇ 'ਚ ਵਾਂਗ, ਵਾਂਗੂ, ਵਾਂਗਰ, ਜਿਉਂ, ਜਿਵੇਂ, ਜਿੱਕਣ, ਇਹ ਜਿਹੜਾ ਸ਼ਬਦ ਹੈ ਇਹ ਵਾਚਕ ਸ਼ਬਦ ਹੈ। ਹੁਣ ਉਪਮਾ ਅਲੰਕਾਰ ਦਾ ਇੱਕ ਉਦਾਹਰਣ ਵੇਖ ਲਈਏ ਅਸੀਂ। ਅਲੰਕਾਰ ਦਾ ਉਦਾਹਰਣ ਉਪਮਾ ਦਾ, ਦੰਦ ਚੰਬੇ ਦੀ ਲੜੀ ਕੇ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ। ਇਹ ਜੋ ਹੈ ਵਾਰਿਸ ਸ਼ਾਹ ਦੀ ਹੀਰ ਦੀ ਉਪਮਾ ਕਰਦੇ ਹੋਏ, ਹੀਰ ਦੇ ਦੰਦਾਂ ਦੀ ਉਪਮਾ ਕਰਦੇ ਹੋਏ ਉਹ ਲਿਖਦਾ ਹੈ ਕਿ ਉਹਦੇ ਦੰਦ ਕਿੱਡੇ ਸੁੰਦਰ ਨੇ। ਜਿਵੇਂ ਦੰਦ ਚੰਬੇ ਦੀ ਲੜੀ, ਜਿਵੇਂ ਚੰਬੇ ਦੀ ਫੁੱਲਾਂ ਦੀ ਲੜੀ ਹੋਵੇ, ਜਿਵੇਂ ਅਨਾਰ ਦੇ ਵਿੱਚ ਦਾਣੇ ਬੜੇ ਸਹੀ ਤਰੀਕੇ ਨਾਲ ਫਿੱਟ ਹੋਏ ਹੁੰਦੇ ਨੇ ਨਾ, ਇਸ ਤਰ੍ਹਾਂ ਉਹਦੇ ਮੂੰਹ ਦੇ ਵਿੱਚ ਏਡੇ ਸੁੰਦਰ ਦੰਦ ਨੇ। ਅਤੇ ਅਗਲਾ ਵੇਖ ਲਈਏ ਅਸੀਂ ਰੂਪਕ ਅਲੰਕਾਰ। ਰੂਪਕ ਅਲੰਕਾਰ ਕੀ ਹੁੰਦਾ? ਵੈਸੇ ਤੁਸੀਂ ਸਾਰੇ ਅਲੰਕਾਰ ਛੋਟੀਆਂ ਕਲਾਸਾਂ 'ਚ ਪੜ੍ਹ ਕੇ ਆਏ ਹੋ, ਪਰ ਇੱਕ ਵਾਰੀ ਚਲੋ ਮੈਂ ਕਰਾ ਦਿਆਂ। ਰੂਪਕ ਸ਼ਬਦ ਦਾ ਅਰਥ ਹੈ ਰੂਪ ਧਾਰਨ ਕਰਨਾ। ਇਸ ਅਲੰਕਾਰ ਵਿੱਚ ਉਪਮੇय ਉਪਮਾਨ ਦਾ ਰੂਪ ਧਾਰਨ ਕਰਦਾ ਹੈ। ਉਪਮੇय ਕੀ ਹੁੰਦਾ? ਜਿਸ ਕਾਵਿ ਵਸਤੂ ਨੂੰ ਕਿਸੇ ਹੋਰ ਵਰਗੀ ਕਿਹਾ ਜਾਏ ਨਾ ਉਹ ਉਪਮੇय ਹੁੰਦਾ ਹੈ। ਅਤੇ ਉਪਮਾਨ ਜੋ ਹੈ ਉਪਮਾਨ ਦਾ ਰੂਪ ਧਾਰਨ ਕਰਦਾ ਹੈ, ਇਸ ਕਰਕੇ ਇਸ ਦਾ ਨਾਮ ਜੋ ਹੈ ਰੂਪਕ ਹੈ। ਕਵਿਤਾ ਵਿੱਚ ਜਿੱਥੇ ਸਾਂਝੇ ਗੁਣਾਂ ਕਰਕੇ ਕਿਸੇ ਇੱਕ ਵਸਤੂ ਨੂੰ ਦੂਜੀ ਨਾਲ ਟਾਕਰਾ ਕਰਨ ਦੀ ਥਾਂ ਉਸ ਦਾ ਹੀ ਰੂਪ ਮੰਨ ਲਿਆ ਜਾਏ, ਮਤਲਬ ਕਿ ਟਾਕਰਾ ਕਰਨ ਦੀ ਥਾਂ ਦੋਵਾਂ ਦਾ ਉਹਦਾ ਰੂਪ ਹੀ ਮੰਨ ਲਿਆ ਜਾਏ, ਇਸ ਵਿੱਚ 2 ਵਸਤੂਆਂ ਦੀ ਸਮਾਨਤਾ ਪੇਸ਼ ਨਹੀਂ ਹੁੰਦੀ, ਸਗੋਂ ਵਸਤੂ ਉਸ ਦੀ ਸਮਾਨਤਾ ਦਾ ਹੀ ਰੂਪ ਬਣ ਜਾਂਦੀ ਹੈ। ਉਹਨਾਂ ਦੀ ਆਪਸ ਵਿੱਚ ਕੰਪੈਰੀਜ਼ਨ ਨਹੀਂ ਕੀਤਾ ਜਾਂਦਾ, ਸਗੋਂ ਉਹ ਉਸੇ ਦਾ ਰੂਪ ਬਣ ਜਾਂਦੀ ਹੈ। ਹੁਣ ਐਗਜ਼ਾਮਪਲ ਦੇਖੋ ਕਿੰਨਾ ਵਧੀਆ ਜਿਹਾ ਆਸਾਨ ਜਿਹਾ ਐਗਜ਼ਾਮਪਲ ਦਿੱਤਾ ਹੋਇਆ। ਸੱਸ ਮੇਰੀ ਨੇ ਕਾਂਟੇ ਕਢਾਏ, ਮੈਨੂੰ ਕਹਿੰਦੀ ਪਾ ਕੁੜੇ, ਮਾਹੀ ਮੇਰਾ ਲੂਣ ਘੋਟਣਾ, ਪਾਵਾਂ ਕਿਹਦੇ ਚਾਅ ਕੁੜੇ। ਹੁਣ ਇਹਦੇ 'ਚ ਜੋ ਹੈ ਮਾਹੀ ਅਤੇ ਘੋਟਣੇ ਵਿੱਚ ਅਭੇਦਤਾ ਹੋਣ ਕਰਕੇ ਨਾ, ਮਾਹੀ ਮਤਲਬ ਕਿ ਉਹਦਾ ਹਸਬੈਂਡ ਅਤੇ ਘੋਟਣਾ ਵਿੱਚ ਅਭੇਦਤਾ ਹੋਣ ਕਰਕੇ ਰੂਪਕ ਅਲੰਕਾਰ ਹੈਗਾ। ਇਸ ਦੇ 2 ਭੇਦ ਹਨ, ਇੱਕ ਸਾਂਗ ਰੂਪਕ ਹੁੰਦਾ ਹੈ, ਇੱਕ ਨਿਰੰਗ ਰੂਪਕ ਹੁੰਦਾ ਹੈ। ਅਗਲਾ ਅਲੰਕਾਰ ਵੇਖ ਲਈਏ ਦ੍ਰਿਸ਼ਟਾਂਤ ਅਲੰਕਾਰ।
ਕਿਹੜਾ ਹੈ ਅਗਲਾ ਅਲੰਕਾਰ? ਚੌਥਾ ਦ੍ਰਿਸ਼ਟਾਂਤ ਅਲੰਕਾਰ। ਇਹ ਅਰਥ ਅਲੰਕਾਰ ਹੈ। ਦ੍ਰਿਸ਼ਟਾਂਤ ਅਲੰਕਾਰ ਵਿੱਚ ਪਹਿਲੇ ਵਾਕ ਵਿੱਚ ਕੋਈ ਹੋਰ ਗੱਲ ਕਹੀ ਜਾਵੇ ਤੇ ਦੂਜੇ ਵਾਕ ਵਿੱਚ ਕੋਈ ਹੋਰ ਗੱਲ ਉਹਦੇ ਨਾਲ ਮਿਲਦੀ ਜੁਲਦੀ ਕਹੀ ਜਾਂਦੀ ਹੈ। ਦੂਜਾ ਵਾਕ ਪਹਿਲੇ ਵਾਕ ਦੀ ਉਦਾਹਰਣ ਵਾਂਗ ਹੁੰਦਾ ਹੈ ਤੇ ਦੂਜਾ ਵਾਕ ਜੋ ਹੈ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਪਹਿਲੇ ਵਾਕ ਦੀ ਉਦਾਹਰਣ ਹੋਏ, ਪਰੰਤੂ ਕਿਸੇ ਸ਼ਬਦ ਦੀ ਸਹਾਇਤਾ ਨਾਲ ਸਮਾਨਤਾ ਦਾ ਭਾਵ ਪ੍ਰਗਟ ਨਹੀਂ ਕੀਤਾ ਜਾਂਦਾ। ਦ੍ਰਿਸ਼ਟਾਂਤ ਦਾ ਮਤਲਬ ਹੁੰਦਾ ਸਾਡੀ ਅੱਖਾਂ ਦੇ ਸਾਹਮਣੇ ਚਿੱਤਰ ਵੀ ਜਦੋਂ ਖਿੱਚਿਆ ਜਾਂਦਾ ਨਾ ਕਿਸੇ ਪੋਇਟਰੀ ਨੂੰ ਪੜ੍ਹ ਕੇ, ਉਹਨੂੰ ਵੀ ਦ੍ਰਿਸ਼ਟਾਂਤ ਕਿਹਾ ਜਾਂਦਾ ਹੈ। ਜਿਵੇਂ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲਵਾ। ਬਹੁਤ ਹੀ ਆਸਾਨ ਜਿਹਾ ਅਲੰਕਾਰ ਹੈ। ਅਗਲਾ ਹੈ ਅਤਕਥਨੀ ਅਲੰਕਾਰ। ਅਤਕਥਨੀ ਅਲੰਕਾਰ, ਅਤਕਥਨੀ ਅਤਿਯੋਕਤੀ ਜਾਂ ਅਤਿਸ਼ਯੋਕਤੀ ਅਲੰਕਾਰ ਅਰਥ ਅਲੰਕਾਰ ਹੈ। ਅਤ ਜਮਾ ਕਥਨ ਦੇ ਮੇਲ ਤੋਂ ਬਣੇ ਇਸ ਸ਼ਬਦ ਦਾ ਅਰਥ ਹੈ ਵਧਾ ਚੜ੍ਹਾ ਕੇ ਗੱਲ ਕਹਿਣਾ, ਅਰਥਾਤ ਕਿਸੇ ਗੱਲ ਨੂੰ ਬਹੁਤ ਵਧਾ ਚੜ੍ਹਾ ਕੇ ਕਹਿਣਾ, ਕਿਸੇ ਦੀ ਪ੍ਰਸ਼ੰਸਾ ਨੂੰ ਬਹੁਤ ਵਧਾ ਚੜ੍ਹਾ ਕੇ ਕਹਿਣਾ। ਹੁਣ ਦੇਖੋ ਕਿ ਗੱਲ ਨੂੰ ਏਡੀ ਜ਼ਿਆਦਾ ਵਧਾ ਚੜ੍ਹਾ ਦੇਣਾ ਕਿ ਉਹ ਲੋਕ ਸੀਮਾ ਤੋਂ ਬਾਹਰ ਦੀ ਗੱਲ ਲੱਗੇ, ਮਤਲਬ ਕਿ ਉਹ ਗੱਲ ਆਰਟੀਫਿਸ਼ੀਅਲ ਲੱਗੇ, ਜਿਵੇਂ ਇੰਨੀ ਵਧਾ ਚੜ੍ਹਾ ਦੇਣੀ ਗੱਲ। ਜਿਵੇਂ ਅਤਕਥਨੀ ਅਲੰਕਾਰ ਦਾ ਐਗਜ਼ਾਮਪਲ ਇੱਥੇ ਦਿੱਤਾ ਹੋਇਆ ਹੈ, ਪੱਤਾ ਲੈ ਕੇ ਚੱਲੀ ਖੇਤ ਨੂੰ, ਮੱਥੇ ਲੱਗਿਆ ਤਾਰਾ, ਨੀ ਰੰਗ ਮੇਰਾ ਇੰਜ ਪਿੰਗਲਦਾ ਜਿਵੇਂ ਪਿੰਗਲਦਾ ਪਾਰਾ, ਹਾਲੀਆਂ ਨੇ ਹੱਲ ਛੱਡਤੇ ਮੇਰੇ ਲੌਂਗ ਦਾ ਪਿਆ ਲਿਸ਼ਕਾਰਾ। ਇਹਦੇ 'ਚ ਜੋ ਹੈ ਵੈਸੇ ਇੱਕ ਲੋਕ ਬੋਲੀ ਹੈ, ਇਸ ਵਿੱਚ ਲੌਂਗ ਦਾ ਜਿਹੜਾ ਲਿਸ਼ਕਾਰਾ ਹੈ ਉਹ ਬੜਾ ਅਦਭੁਤ ਹੈ ਅਤੇ ਜਿਹਦੇ ਨਾਲ ਦੇਖੋ ਜੋ ਹੈ ਹਾਲੀ ਜਿਹੜੇ ਨੇ ਉਹ ਆਪਣੇ ਚਲਦੇ ਕੰਮ ਨੂੰ ਰੋਕ ਦਿੰਦੇ ਨੇ, ਅਤੇ ਉੱਪਰ ਜੋ ਹੈ ਪਿੰਗਲਦਾ ਰੰਗ ਉਹਦਾ ਕਿਵੇਂ ਪਿੰਗਲਦਾ ਜਿਵੇਂ ਪਾਰਾ ਪਿੰਗਲਦਾ। ਇਹ ਸਾਰੇ ਜਿਹੜੇ ਨੇ ਨਾ ਅਤਕਥਨੀ ਅਲੰਕਾਰ ਨੇ। ਹੁਣ ਅਗਲਾ ਅਲੰਕਾਰ ਵੇਖੋ ਵਿਰੋਧ ਅਲੰਕਾਰ। ਵਿਰੋਧ ਅਲੰਕਾਰ ਇਹ ਅਰਥ ਅਲੰਕਾਰ ਹੈ। ਇਸ ਵਿੱਚ ਉਪਮੇਯ ਅਤੇ ਉਪਮਾਨ ਵਿੱਚ ਸਮਰੂਪਤਾ ਦੀ ਥਾਂ ਵਿਰੋਧ ਹੁੰਦਾ ਹੈ। ਇਹਦੇ 'ਚ ਜੋ ਹੈ ਇਹਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਉਪਮੇਯ ਅਤੇ ਉਪਮਾਨ ਵਿੱਚ ਨਾ ਸਮਰੂਪਤਾ ਦੀ ਥਾਂ ਜੋ ਹੈ ਉਹਨਾਂ ਦਾ ਆਪਸ ਵਿੱਚ ਵਿਰੋਧ ਹੁੰਦਾ ਹੈ। ਜਿਵੇਂ ਪਾਣੀ ਦਾ ਧਰਮ ਜੋ ਹੈ ਠੰਡ ਫੂਕਣਾ ਹੁੰਦਾ, ਪਹੁੰਚਾਉਣਾ ਹੁੰਦਾ, ਪਰ ਅੱਗ ਦਾ ਜਿਹੜਾ ਧਰਮ ਹੈ ਉਹ ਸਾੜਨਾ ਹੁੰਦਾ। ਕਿਉਂਕਿ ਮੇਰਾ ਸਰੀਰ, ਜੇਕਰ ਅਸੀਂ ਕਹੀਏ ਕਿ ਮੇਰਾ ਸਰੀਰ ਪਾਣੀ 'ਚ ਸੜ ਰਿਹਾ ਹੈ ਜਾਂ ਅੱਗ ਨਾਲ ਮੈਨੂੰ ਠੰਡ ਪੈਂਦੀ ਹੈ, ਤਾਂ ਇਹ ਜਿਹੜੇ ਦੋਵੇਂ ਨੇ ਨਾ ਇਹ ਵਿਰੋਧੀ ਅਲੰਕਾਰ ਨੇ। ਜਿਵੇਂ ਅੱਗੇ ਇੱਕ ਐਗਜ਼ਾਮਪਲ ਹੈ ਪ੍ਰੀਤਮ ਸਿੰਘ ਸ਼ਫੀਰ ਦੀ ਪੋਇਟਰੀ 'ਚੋਂ ਹੈ, ਅਮਨ ਬਣਦਾ ਪਿਆ ਬੰਬਾਂ ਦੇ ਕਾਰਖਾਨੇ ਵਿੱਚ। ਹੁਣ ਅਮਨ ਹੁੰਦਾ ਸ਼ਾਂਤੀ, ਬੰਬਾਂ ਦੇ ਕਾਰਖਾਨੇ ਵਿੱਚ ਸ਼ਾਂਤੀ ਤਾਂ ਨਹੀਂ ਨਾ ਬਣ ਸਕਦੀ। ਬੰਬ ਦਾ ਸੰਬੰਧ ਲੜਾਈ ਨਾਲ ਹੈ ਜੋ ਬਿਲਕੁਲ ਅਮਨ ਦਾ ਵਿਰੋਧ ਹੈ, ਅਤੇ ਬੰਬ ਅਮਨ ਦਾ ਵਿਰੋਧੀ ਹੈ। ਅਗਲਾ ਅਲੰਕਾਰ ਹੈ ਲਕੋਕਤੀ ਅਲੰਕਾਰ। ਲੋਕ ਜਮਾ ਉਕਤੀ, ਅਰਥਾਤ ਲੋਕਾਂ ਦੁਆਰਾ ਜਾਂ ਉਹਨਾਂ ਦੇ ਮੂੰਹ 'ਤੇ ਚੜੀਆਂ ਜੀਵਨ ਦੀਆਂ ਅਮਲ ਸੱਚਾਈਆਂ। ਲੋਕਾਂ ਦੇ ਮੂੰਹ 'ਤੇ ਚੜੀਆਂ ਸੱਚਾਈਆਂ ਜਿਨ੍ਹਾਂ ਦਾ ਸੰਬੰਧ ਅਖਾਣਾਂ ਨਾਲ ਹੁੰਦਾ ਹੈ, ਉਹਨਾਂ ਨੂੰ ਲਕੋਕਤੀ ਜੋ ਹੈ, ਲਕੋਕਤੀਆਂ ਤੁਹਾਨੂੰ ਯਾਦ ਹੋਏਗਾ, ਤੁਸੀਂ ਯਾਦ ਵੀ ਕਰਦੇ ਹੁੰਦੇ ਸੀਗੇ। ਕਵਿਤਾ ਵਿੱਚ ਜਿੱਥੇ ਅਜਿਹੀ ਲਕੋਕਤੀ ਰਾਹੀਂ ਕੋਈ ਗੱਲ ਕਹੀ ਜਾਏ ਉੱਥੇ ਲਕੋਕਤੀ ਅਲੰਕਾਰ ਹੁੰਦਾ ਹੈ। ਜਿਵੇਂ ਝੂਠ ਕਹਾਂ ਤਾਂ ਕੁਝ ਬਚਦਾ ਹੈ, ਸੱਚ ਕਹਾਂ ਤਾਂ ਭਾਂਬੜ ਮਚਦਾ ਹੈ। ਇੱਥੇ ਜੋ ਹੈ ਕਿਹੜਾ ਅਲੰਕਾਰ ਹੈ? ਲਕੋਕਤੀ ਅਲੰਕਾਰ। ਅਗਲਾ ਵੇਖ ਲਈਏ ਪ੍ਰੜੋਕਤੀ ਅਲੰਕਾਰ। ਪ੍ਰੜੋਕਤੀ ਅਲੰਕਾਰ ਇਸ ਅਰਥ ਅਲੰਕਾਰ ਵਿੱਚ ਕਿਸੇ ਚੀਜ਼ ਦੇ ਅਸਲੀ ਕਾਰਨ ਦੀ ਥਾਂ ਕਲਪਿਤ ਕਾਰਨ ਨੂੰ, ਇਮੇਜੀਨੇਸ਼ਨ ਵਾਲੇ ਕਾਰਨ ਨੂੰ ਹੀ ਸੱਚ ਮੰਨ ਲਿਆ ਜਾਂਦਾ। ਮਤਲਬ ਕਿ ਉਹਦੇ ਅਸਲ ਰੂਪ ਦੀ ਬਜਾਏ ਉਹਦੇ ਕਿਸੇ ਨਕਲੀ ਰੂਪ ਨੂੰ ਹੀ ਸੱਚ ਮੰਨ ਲਿਆ ਜਾਂਦਾ। ਭਾਵ ਅਸਲੀ ਕਾਰਨ ਤਾਂ ਕੋਈ ਹੋਰ ਹੋਵੇ, ਪਰ ਕਾਵਿਕ ਬਿਆਨ ਵਿੱਚ ਸੁੰਦਰ ਕਲਪਨਾ ਕਰਕੇ ਅਕਾਰਨ ਹੀ ਕਾਰਨ ਮਿਥ ਲਿਆ ਜਾਂਦਾ। ਮਤਲਬ ਕਿ ਆਪਣੇ ਆਪ ਕਲਪਨਾ ਕਰਕੇ ਜੋ ਹੈ ਕੋਈ ਹੋਰ ਕਾਰਨ ਬਣਾ ਲਿਆ ਜਾਂਦਾ। ਜਿਵੇਂ ਬਾਬਾ ਫਰੀਦ ਲਿਖਦੇ ਨੇ, ਕਾਲੀ ਕੋਇਲ ਤੂੰ ਕਿਤ ਬਿਦ ਕਾਲੀ, ਆਪਣੇ ਪ੍ਰੀਤਮ ਕੇਹੋਂ ਬਿਰਹਾਂ ਜਾਲੀ। ਕਿ ਬਾਬਾ ਫਰੀਦ ਜੋ ਹੈ ਕਾਲੀ ਕੋਇਲ ਨੂੰ ਪੁੱਛਦੇ ਨੇ ਤੂੰ ਕਿਉਂ ਕਾਲੀ ਹੈਗੀ ਹੈ, ਅਤੇ ਕਾਰਨ ਤਾਂ ਉਹਦਾ ਇਹ ਹੈ ਕਿ ਉਹਦਾ ਰੰਗ ਹੀ ਕਾਲਾ ਹੈ, ਪਰ ਬਾਬਾ ਫਰੀਦ ਕਹਿੰਦੇ ਕਿ ਇਹ ਤਾਂ ਕਾਲੀ ਹੈਗੀ ਕਿਉਂਕਿ ਆਪਣੇ ਪ੍ਰੀਤਮ ਤੋਂ, ਆਪਣੇ ਪਤੀ ਤੋਂ ਵਿਛੜੀ ਹੋਈ ਹੈ। ਇੱਥੇ ਵੀ ਕੋਇਲ ਦੇ ਕਾਲਾ ਹੋਣ ਦੇ ਕਾਰਨ ਨੂੰ ਅੱਖੋਂ ਓਲੇ ਕਰਕੇ ਕਾਵਿਕ ਕਲਪਨਾ ਰਾਹੀਂ ਅਕਾਰਨ ਨੂੰ ਹੀ ਕਾਰਨ ਦੱਸਿਆ ਗਿਆ ਹੈ। ਅਗਲਾ ਹੈ ਨੈਕਸਟ ਹੈ ਵਕਰੋਕਤੀ ਅਲੰਕਾਰ। ਵਕਰੋਕਤੀ ਦਾ ਮਤਲਬ ਹੁੰਦਾ ਟੇਢੇ ਢੰਗ ਨਾਲ, ਕਿਸੇ ਗੱਲ ਨੂੰ ਟੇਢੇ ਢੰਗ ਨਾਲ ਘੁਮਾ ਫਿਰਾ ਕੇ ਕਹਿਣਾ, ਉਹਨੂੰ ਕਿਹਾ ਜਾਂਦਾ ਵਕਰੋਕਤੀ।
ਵਕਰੋਕਤੀ ਨੂੰ ਕਾਵਿ ਵਿੱਚ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਜਿੱਥੇ ਕਿਸੇ ਉਕਤੀ ਭਾਵ ਲਾਈਨ ਦਾ ਅਰਥ ਕਹਿਣ ਵਾਲੇ ਤੋਂ ਵੱਖਰਾ ਹੋਰ ਸਮਝਿਆ ਜਾਵੇ, ਉੱਥੇ ਵਕਰੋਕਤੀ ਅਲੰਕਾਰ ਹੁੰਦਾ ਹੈ। ਵਕਰ ਦਾ ਅਰਥ ਹੁੰਦਾ ਟੇਢਾ ਅਤੇ ਉਕਤੀ ਦਾ ਅਰਥ ਹੁੰਦਾ ਕਥਨ, ਅਰਥਾਤ ਸੁਣਨ ਵਾਲੇ ਦੁਆਰਾ ਕਹੀ ਹੋਈ ਗੱਲ ਦਾ ਦੂਜਾ ਅਰਥ ਕੱਢ ਕੇ ਉੱਤਰ ਦੇਣਾ। ਇਹ ਅਲੰਕਾਰ ਮੁੱਖ ਰੂਪ ਵਿੱਚ ਦੋ ਤਰ੍ਹਾਂ ਦਾ ਹੁੰਦਾ ਹੈ, ਸ਼ਲੇਸ਼ ਵਕਰੋਕਤੀ ਅਤੇ ਕਾਕੂ ਵਕਰੋਕਤੀ। ਕਿਹੜਾ? ਸ਼ਲੇਸ਼ ਅਤੇ ਕਾਕੂ ਵਕਰੋਕਤੀ। ਸਾਧੂ ਸੰਗਤ ਜੋ ਜਨ ਪਰੇ ਸੋ ਜਨ ਉਦਰਨਹਾਰ। ਸਾਧ ਸੰਗਤ ਜੋ ਜਨ ਪਰੇ ਸੋ ਜਨ ਉਦਰਨਹਾਰ। ਇਸ ਦਾ ਭਾਵ ਇਹ ਹੈ ਕਿ ਜੋ ਇਨਸਾਨ ਸਾਧੂ ਸੰਗਤ ਵਿੱਚ ਆ ਪਵੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਪਰ ਵਕਰੋਕਤੀ ਰੂਪ ਵਿੱਚ ਇਸ ਦਾ ਅਰਥ ਜੋ ਹੈ ਉਹ ਉਹ ਇਹ ਲਿਆ ਜਾਂਦਾ ਕਿ ਜੋ ਜੀਵ ਸਾਧਾਂ ਦੀ ਸੰਗਤ ਤੋਂ ਪਰੇ ਦੂਰ ਹਟ ਕੇ ਰਹੇ, ਉਸ ਦਾ ਪਾਰ ਉਤਾਰਾ ਹੋ ਜਾਵੇਗਾ। ਹੁਣ ਪਰੇ ਵਰਡ ਹੈ ਨਾ, ਸਾਧ ਸੰਗਤ ਜੋ ਜਨ ਪਰੇ ਦਾ ਮਤਲਬ ਹੁੰਦਾ ਪੈਰਾਂ ਵਿੱਚ ਵੀ ਪੈਣਾ, ਅਤੇ ਪਰੇ ਦਾ ਮਤਲਬ ਇਹ ਵੀ ਹੁੰਦਾ ਪਰੇ ਦੂਰ ਰੱਖ ਇਹਨੂੰ। ਇਸ ਤਰ੍ਹਾਂ ਹੀ ਜੋ ਹੈ ਵਕਰੋਕਤੀ ਅਲੰਕਾਰ ਹੈ। ਹੁਣ ਇੱਕ ਹੋਰ ਅਲੰਕਾਰ ਹੈ, 10th ਅਲੰਕਾਰ ਜਿਹੜਾ ਹੈ ਉਹ ਹੈ ਲੇਸ਼ ਅਲੰਕਾਰ। ਲੇਸ਼ ਅਲੰਕਾਰ ਕੀ ਹੁੰਦਾ ਹੈ? ਜਿੱਥੇ ਕਿਸੇ ਵਸਤੂ ਦੇ ਗੁਣ ਵਿੱਚੋਂ ਦੋਸ਼ ਅਤੇ ਦੋਸ਼ ਵਿੱਚੋਂ ਗੁਣ ਨਜ਼ਰ ਆਏ, ਉੱਥੇ ਜੋ ਹੈ ਲੇਸ਼ ਅਲੰਕਾਰ ਹੁੰਦਾ ਹੈ। ਸੁੰਦਰਤਾ ਹਰ ਕਿਸੇ ਨੂੰ ਚੰਗੀ ਲੱਗਦੀ ਹੈ ਅਤੇ ਭੱਦਾਪਣ ਜੋ ਹੈ ਸਭ ਨੂੰ ਬੁਰਾ ਲੱਗਦਾ ਹੈ। ਪਰ ਇਸ ਦੇ ਉਲਟ ਉਦਾਹਰਣ ਜਦੋਂ ਅਸੀਂ ਵੇਖੀਏ ਲੇਸ਼ ਅਲੰਕਾਰ ਵਿੱਚ, ਸੋਹਣੀ ਰੰਨ ਵਾਲੇ ਸਦਾ ਔਂਕੜਾਂ 'ਚ ਰਹਿੰਦੇ ਨੇ, ਐਸੀ ਨੂੰ ਵਿਆਹੋ ਜਿਹਦੇ ਵੱਲ ਕੋਈ ਤੱਕੇ ਉਹਦੇ ਵੱਲ ਮਾਂ ਭੈਣ ਕਹਿਣੋਂ ਚੱਕੇ ਨਾ। ਇਹ ਜਿਹੜੇ ਉਦਾਹਰਣ ਹੈ ਇਹਦੇ 'ਚ ਸੋਹਣੀ ਰੰਨ ਦੀ ਸੁੰਦਰਤਾ ਦੇ ਗੁਣ ਵਿੱਚੋਂ ਜਿਹੜਾ ਹੈ ਦੋਸ਼ ਨਜ਼ਰ ਆਉਂਦਾ, ਜਦੋਂ ਕਿ ਭੱਦੀ ਰੰਨ ਦੇ ਭੱਦਾਪਣ ਦੋਸ਼ ਵਿੱਚੋਂ ਗੁਣ ਦਿਸਦਾ ਹੈ, ਕਿਉਂਕਿ ਉਸ ਨਾਲ ਜੋ ਹੈ ਕੋਈ ਮੁਸੀਬਤ ਨਹੀਂ ਰਹਿੰਦੀ ਅਤੇ ਲੋਕ ਜੋ ਹੈ ਉਹਨੂੰ ਮਾਂ ਭੈਣ ਕਹਿਣ ਤੋਂ ਚੱਕਦੇ ਨਹੀਂ। ਇੱਥੇ ਗੁਣ ਵਿੱਚੋਂ ਦੋਸ਼ ਅਤੇ ਦੋਸ਼ ਵਿੱਚੋਂ ਗੁਣ ਨਜ਼ਰ ਆ ਰਿਹਾ ਹੈ। ਹੁਣ ਦੇਖੋ ਲਾਸਟ ਅਲੰਕਾਰ ਰਹਿ ਗਿਆ ਹੈ ਅਨੁਪਰਾਸ ਅਲੰਕਾਰ। ਕਾਫੀ ਇੰਪੋਰਟੈਂਟ ਹੁੰਦਾ ਹੈ, ਤੁਹਾਨੂੰ ਪਤਾ ਅਨੁਪਰਾਸ ਅਲੰਕਾਰ ਅਕਸਰ ਆ ਜਾਂਦਾ ਪੇਪਰ ਵਿੱਚ। 3 ਸ਼ਬਦਾਂ ਅਨੂ ਜਮਾ ਪ੍ਰ ਜਮਾ ਆਸ ਦੇ ਮੇਲ ਤੋਂ ਬਣਿਆ ਹੈ, ਅਤੇ ਅਨੁਪਰਾਸ ਤੋਂ ਭਾਵ ਇਹ ਹੈ ਜਦ ਇੱਕ ਹੀ ਅੱਖਰ ਜਾਂ ਕਈ ਵਿਅੰਜਨ ਅੱਖਰ ਇੱਕ ਹੀ ਵਾਕ ਵਿੱਚ ਵਾਰੀ ਆਉਣ, ਤਾਂ ਇਸ ਤਰ੍ਹਾਂ ਅੱਖਰ ਸਮੂਹਾਂ ਦੇ ਦੁਹਰਾਓ ਨਾਲ ਰਸ ਤੇ ਸੰਗੀਤ ਉਪਜਦਾ ਹੈ। ਠੀਕ ਹੈ ਨਾ, ਇੱਕੋ ਹੀ ਅੱਖਰ ਬਾਰ ਆਏ, ਜਿਵੇਂ ਦ ਬਾਰ ਆ ਜਾਏ, ਕ ਬਾਰ ਆ ਜਾਏ। ਇਸ ਵਿੱਚ ਅੱਖਰਾਂ ਦੀ ਸਮਾਨਤਾ ਨੂੰ ਵਰਣਮੈਤਰੀ, ਜੇਕਰ ਅੱਖਰ ਸਮਾਨ ਹੋਣ ਉਹਨਾਂ ਨੂੰ ਵਰਣਮੈਤਰੀ ਕਿਹਾ ਜਾਂਦਾ ਹੈ, ਅਤੇ ਜਿਹੜੇ ਪਦਾਂ ਦੀ ਸਮਾਨਤਾ ਹੁੰਦੀ ਹੈ ਉਹਨੂੰ ਪਦਮੈਤਰੀ ਕਿਹਾ ਜਾਂਦਾ ਹੈ। ਅਤੇ ਅਨੁਪਰਾਸ ਜੋ ਹੈ, ਅਨੁਪਰਾਸ ਅਲੰਕਾਰ ਜਿਹੜਾ ਹੈ ਉਹਦੇ ਪ੍ਰਕਾਰ ਵੇਖ ਲਈਏ। 5 ਤਰ੍ਹਾਂ ਦਾ ਅਨੁਪਰਾਸ ਅਲੰਕਾਰ ਹੁੰਦਾ ਹੈ। ਛੇਕ ਅਨੁਪਰਾਸ, ਵ੍ਰਿਤੀ ਅਨੁਪਰਾਸ, ਸਤੀ ਅਨੁਪਰਾਸ, ਅੰਤ ਅਨੁਪਰਾਸ ਅਤੇ ਲਾਟ ਅਨੁਪਰਾਸ। ਹੁਣ ਛੇਕ ਅਨੁਪਰਾਸ ਕੀ ਹੁੰਦਾ ਹੈ? ਇਸ ਵਿੱਚ ਇੱਕ ਜਾਂ ਅਨੇਕ ਵਰਨਾਂ ਦੀ ਕੇਵਲ 2 ਵਾਰੀ ਵਰਤੋਂ ਹੁੰਦੀ ਹੈ, ਮਤਲਬ ਕਿ ਜਦੋਂ ਦੁਹਰਾਓ ਹੋ ਰਿਹਾ ਨਾ ਵਰਨਾਂ ਦਾ, ਸਿਰਫ 2 ਵਾਰੀ ਹੁੰਦਾ, ਉਹਦੇ ਤੋਂ ਜ਼ਿਆਦਾ ਨਹੀਂ ਹੁੰਦਾ। ਅਰਥਾਤ ਇੱਕ ਜਾਂ ਅਨੇਕ ਵਰਨਾਂ ਦੀ ਕ੍ਰਮਪੂਰਵਕ ਦੁਹਰਾਓ ਸਿਰਫ 1 ਵਾਰੀ ਹੁੰਦਾ, ਜਿਵੇਂ ਕਿਉਂ ਸਹੇ ਸੰਸਾਰ ਹਾਹਾਕਾਰ। ਹੁਣ ਸ ਤੋਂ ਸਹੇ, ਸ ਤੋਂ ਸੰਸਾਰ, ਇਹ 2 ਵਾਰੀ ਜੋ ਹੈ ਰਿਪੀਟ ਹੋਏ ਨੇ ਬਸ। ਅਗਲਾ ਹੈ ਵ੍ਰਿਤੀ ਅਨੁਪਰਾਸ। ਵ੍ਰਿਤੀ ਅਨੁਪਰਾਸ ਵਿੱਚ ਇੱਕ ਅੱਖਰ ਜਾਂ ਅੱਖਰ ਸਮੂਹ ਸ਼ਬਦ ਦੇ ਅਖੀਰ ਵਿੱਚ ਇਸ ਤਰ੍ਹਾਂ ਆਵੇ ਕਿ ਇੱਕ ਵਿਸ਼ੇਸ਼ ਤਰ੍ਹਾਂ ਦੀ ਲੈ ਉਤਪੰਨ ਕਰੇ, ਅਤੇ ਉਸ ਨੂੰ ਜੋ ਹੈ ਵ੍ਰਿਤੀ ਅਨੁਪਰਾਸ ਕਿਹਾ ਜਾਂਦਾ ਹੈ। ਠੀਕ ਹੈ, ਜਿਵੇਂ ਇਹਦਾ ਐਗਜ਼ਾਮਪਲ ਹੈ ਦੁਨੀਆ ਛੱਲੀ ਜਾ, ਚੱਲੀ ਜਾ, ਮਲੀ ਜਾ ਤੂੰ। ਹੁਣ ਅਗਲਾ ਹੈ ਅਨੁਪਰਾਸ ਦਾ ਪਾਠ ਸ੍ਰਤੀ ਅਨੁਪਰਾਸ। ਸ੍ਰਤੀ ਅਨੁਪਰਾਸ ਜਿਸ ਵਿੱਚ ਕੰਠ, ਤਾਲੂ ਜਾਂ ਬੁੱਲ ਆਦਿ ਇੱਕ ਹੀ ਥਾਂ 'ਤੇ ਉਚਾਰੇ ਜਾਣ ਵਾਲੇ ਵਰਨਾਂ ਦੀ ਸਮਾਨਤਾ ਹੋਵੇ, ਉੱਥੇ ਸ੍ਰਤੀ ਅਨੁਪਰਾਸ ਹੁੰਦਾ ਹੈ। ਜਿਵੇਂ ਹੁਣ ਜਦੋਂ ਤੁਸੀਂ ਇਹ ਲਾਈਨ ਬੋਲੋਗੇ ਨਾ, ਦੈਤਾਂ ਦੇ ਦਲ ਹਾਰੇ ਦਹਿਸ਼ਤ ਖਾਏ ਕੇ। ਹੁਣ ਇਹ ਸਾਰੇ ਦੇ ਸਾਰੇ ਨਾ ਤਾਲਵੀ ਵਿਅੰਜਨ ਨੇ। ਤਾਲਵੀ ਹੁੰਦਾ ਜਦੋਂ ਤੁਸੀਂ ਬੋਲਦੇ ਹੋ ਨਾ, ਅਤੇ ਤੁਹਾਡੀ ਜਿਹੜੀ ਜੀਭ ਹੈ ਉਹ ਦੰਦਾਂ ਦੇ ਪਿੱਛੇ ਹੀ ਰਹਿੰਦੀ ਹੈ। ਦੇਖੋ ਦੈਤਾਂ ਬੋਲਿਆ ਤੁਸੀਂ, ਦੇ ਦਲ ਹਾਰੇ ਦਹਿਸ਼ਤ, ਇਹ ਸਾਰੇ ਦੇ ਸਾਰੇ ਜਿਹੜੇ ਦੰਦਾਂ ਦੇ ਪਿੱਛੇ ਹੈਗੇ ਤੁਹਾਡੀ ਜੀਭ, ਇਸ ਕਰਕੇ ਇਹਨਾਂ ਨੂੰ
जो है पिछे ਉਹਦੇ ਪਿੱਛੇ ਹੈ ਦੰਦਾਂ ਦੇ ਪਿੱਛੇ, ਇਸ ਕਰਕੇ ਇਹ ਜਿਹੜੇ ਤਾਲਵੀ ਅੱਖਰ ਨੇ ਸਾਰੇ। ਅਗਲਾ ਹੈ ਅੰਤ ਅਨੁਪਰਾਸ। ਅੰਤ ਅਨੁਪਰਾਸ ਜਿੱਥੇ ਤੁਕ ਦੇ ਅੰਤਮ ਅੱਖਰ ਸਮਾਨ ਹੋਣ ਅਰਥਾਤ ਤੁਕਾਂਤ ਮੇਲ ਹੋਵੇ ਉੱਥੇ ਜੋ ਹੈ ਅੰਤ ਅਨੁਪਰਾਸ ਹੁੰਦਾ ਹੈ। ਜਿਵੇਂ ਇਹਦਾ ਐਗਜ਼ਾਮਪਲ ਹੈ, ਸੱਸ ਮੇਰੀ ਨੂੰ ਮੁੰਡਾ ਜੰਮਿਆ, ਮੈਨੂੰ ਮਿਲੀ ਵਧਾਈ, ਨੀ ਸ਼ਰੀਕ ਜੰਮਿਆ, ਜਾਨ ਮੁੱਠੀ ਵਿੱਚ ਆਈ। ਹੁਣ ਵਧਾਈ, ਆਈ, ਕਾਈ, ਪਾਈ, ਹੁਣ ਇਹ ਜਿਹੜੇ ਸਾਰੇ ਵਰਡ ਹੁੰਦੇ ਨੇ ਇਹ ਅੰਤ ਅਨੁਪਰਾਸ ਹੁੰਦੇ ਨੇ, ਲਾਸਟ ਵਿੱਚ ਮੈਚ ਹੁੰਦੇ ਨੇ ਜਿਹੜੇ। ਅਗਲਾ ਅਨੁਪਰਾਸ ਹੈ ਲਾਟ ਅਨੁਪਰਾਸ। ਇਸ ਵਿੱਚ ਕਿਸੇ ਵਾਕ ਵਿੱਚ ਅਜਿਹੇ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਅਰਥ ਤਾਂ ਇੱਕ ਹੁੰਦਾ ਹੈ ਪਰ ਵਿਸ਼ਰਾਮ ਬਦਲ ਦੇਣ ਦੇ ਨਾਲ ਜੋ ਹੈ ਉਹਨਾਂ ਦਾ ਅਰਥ ਬਦਲ ਜਾਂਦਾ। ਜਿਵੇਂ ਦੋ ਵਾਕ ਨੇ, ਦੇਖੋ ਉਹਨਾਂ ਦਾ ਵਿਸ਼ਰਾਮ ਬਦਲਣ ਦੇ ਨਾਲ ਉਹਨਾਂ ਦਾ ਅਰਥ ਬਦਲ ਜਾਏਗਾ। ਜਿਵੇਂ ਰੋਕੋ, ਨਾ ਜਾਣ ਦਿਓ। ਹੁਣ ਇਹਦਾ ਮਤਲਬ ਤਾਂ ਇਹ ਹੋਇਆ ਕਿ ਅਗਲੇ ਬੰਦੇ ਨੂੰ ਰੋਕੋ, ਉਹਨੂੰ ਜਾਣ ਨਾ ਦਿਓ। ਹੁਣ ਅਗਲਾ ਜਿਹੜਾ ਹੈ ਦੇਖੋ ਉੱਥੇ ਲਿਖਿਆ ਰੋਕੋ ਨਾ ਜਾਣ ਦਿਓ, ਇਹਦਾ ਮਤਲਬ ਹੈ ਕਿ ਉਹਨੂੰ ਰੋਕੋ ਨਾ, ਉਹਨੂੰ ਜਾਣ ਦਿਓ। ਸਿਰਫ ਕੋਮਾ ਬਦਲਣ ਦੇ ਨਾਲ ਜੋ ਹੈ ਜਦੋਂ ਅਰਥ ਬਦਲ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਲਾਟ ਅਨੁਪਰਾਸ। ਵਾਕ ਵਿੱਚ ਵਿਸ਼ਰਾਮ ਰੋਕੋ ਤੋਂ ਮਗਰੋਂ ਹੈ ਤਾਂ ਇਸ ਦਾ ਅਰਥ ਹੈ ਕਿ ਰੋਕ ਲਵੋ, ਨਾ ਜਾਣ ਦਿਓ। ਪਰ ਵਾਕ ਪਹਿਲੇ ਵਾਲਾ ਜਿਹੜਾ ਹੈ, ਦੂਜੇ ਵਾਲਾ ਜਿਹੜਾ ਹੈ ਐੜੇ ਵਾਲਾ ਵਾਕ ਕਿ ਨਾ ਰੋਕੋ, ਚਲੇ ਜਾਣ ਦਿਓ, ਪਹਿਲੇ ਵਾਕ ਵਿੱਚ ਨਾ ਨੂੰ ਜਾਣ ਦਿਓ ਨਾਲ ਲਗਾਇਆ ਗਿਆ ਹੈ ਅਤੇ ਦੂਜੇ ਵਿੱਚ ਰੋਕੋ ਨਾਲ। ਇਸ ਤਰ੍ਹਾਂ ਇੱਥੇ ਜੋ ਹੈ ਅਰਥ ਕੇਵਲ ਵਿਸ਼ਰਾਮ ਬਦਲਣ ਨਾਲ ਹੀ ਬਦਲ ਗਏ ਹਨ। ਠੀਕ ਹੈ ਬੇਟਾ, ਇਹ ਤੁਹਾਡੇ ਸਾਰੇ 10 ਦੇ 10 ਅਲੰਕਾਰ ਹੋ ਗਏ। ਜਦੋਂ ਵੀ ਤੁਹਾਡਾ ਪਿਛਲਾ ਕੰਮ ਖਤਮ ਹੋ ਜਾਏ ਉਦੋਂ ਇਹਨਾਂ ਨੂੰ ਅਲੰਕਾਰਾਂ ਨੂੰ ਆਪਣੀ ਕਾਪੀ 'ਤੇ ਲਿਖ ਲੈਣਾ। ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਾਲੇ ਅਸੀਂ 3 ਕੁਐਸਚਨ ਕਰ ਲਏ, ਉਂਝ 4 ਹੁੰਦੇ ਨੇ ਕੁਐਸਚਨ, ਪਰ ਤਿੰਨਾਂ ਵਿੱਚੋਂ ਵੀ ਤੁਹਾਨੂੰ ਪੇਪਰ ਵਿੱਚ ਆ ਜਾਏਗਾ। ਫਿਰ ਵੀ ਜੇਕਰ ਮੈਨੂੰ ਟਾਈਮ ਲੱਗੇਗਾ ਤੁਹਾਡੇ ਪੇਪਰਾਂ ਤੋਂ ਪਹਿਲਾਂ ਫਿਰ ਮੈਂ ਉਹਨੂੰ ਕਰਾ ਦੂੰਗੀ। ਹੁਣ ਅਜੇ ਕੁਛ ਦਿਨ ਮੈਂ ਤੁਹਾਨੂੰ ਜੋ ਹੈ ਕਿਉਂਕਿ ਬਹੁਤ ਸਾਰਾ ਕੰਮ ਹੈ ਤੁਹਾਨੂੰ ਹੀ ਲਗਾਤਾਰ ਕਰਾਇਆ ਹੁਣ ਕਈ ਦਿਨ ਜੋ ਹੈ ਦੂਜੀ ਕਲਾਸ ਦੀ ਵਾਰੀ ਰਹੇਗੀ, ਮੈਂ ਉਹਨੂੰ ਕੁਛ ਕੰਮ ਕਰਾ ਦਿਆਂ ਫਿਰ ਤੁਹਾਡੇ ਕੋਲ ਭੇਜੂੰਗੀ। ਠੀਕ ਹੈ, ਲਿਖ ਲੈਣਾ, ਆਪਣਾ ਸਾਰਾ ਕੰਮ ਕੰਪਲੀਟ ਰੱਖਣਾ। ਓਕੇ, ਥੈਂਕ ਯੂ।